ਅਗਲਾ ਵਿਅੰਗ ਵੈਨਕੂਵਰ ਦੇ ਇਸੇ ਗੁਰਦੁਆਰੇ ਦੇ ਕਈ ਪ੍ਰਬੰਧਕਾਂ ਨੂੰ ਉਦੋਂ ਦੇ ਅਕਾਲ ਤਖਤ ਦੇ ਜਥੇਦਾਰ ਭਾਈ ਰਣਜੀਤ ਸਿੰਘ ਨੇ ਇਸ ਲਈ ਪੰਥ ਵਿੱਚੋਂ ਛੇਕ ਦਿੱਤਾ ਸੀ ਕਿ ਗੁਰਦੁਆਰੇ ਵਿੱਚ ਲੰਗਰ ਕੁਰਸੀਆਂ ਤੇ ਨਹੀਂ ਜ਼ਮੀਨ ਤੇ ਬੈਠ ਕੇ ਛਕਿਆ ਕਰੋ। ਪ੍ਰਬੰਧਕਾਂ ਨੇ ਇਸ ਨਾਦਰਸ਼ਾਹੀ ਹੁਕਮਨਾਮੇ ਨੂੰ ਮੰਨਣ ਤੋਂ ਨਾ ਕਰ ਦਿੱਤੀ ਤੇ ਕੁਰਸੀਆਂ ਹੀ ਲੰਗਰ ਹਾਲ ਦੇ ਵਿੱਚ ਰੱਖ ਲਈਆਂ। ਜਥੇਦਾਰ ਨੇ ਇਹਨਾਂ ਵਿਰੁੱਧ ਕਾਰਵਾਈ ਕਰ ਦਿੱਤੀ। ਇਸੇ ਟਕਰਾਓ ਵਿੱਚ ਜ਼ਮੀਨ ਤੇ ਬੈਠ ਕੇ ਲੰਗਰ ਛਕਣ ਵਾਲਿਆਂ ਨੇ ਨੇੜੇ ਹੀ ਇੱਕ ਨਵਾਂ ਗੁਰਦੁਆਰਾ ਉਸਾਰ ਲਿਆ। ਜਦੋਂ ਮੈਂ ਕੁਰਸੀਆਂ ਵਾਲੇ ਗੁਰਦੁਆਰੇ ਵਿੱਚ ਪਹੁੰਚਿਆ ਤਾਂ ਦੂਜੀ ਧਿਰ ਨੇ ਮੈਨੂੰ ਬਹੁਤ ਡਰਾਵੇ ਦਿੱਤੇ, ਲਾਲਚ ਵੀ ਦਿੱਤੇ। ਮਤਲਬ ਇਹ ਸੀ ਕਿ ਤੂੰ ਸਾਡੇ ਕੋਲ ਆ ਜਾ। ਮੈਂ ਉਹਨਾਂ ਨੂੰ ਕਿਹਾ ਕਿ ਪਹਿਲਾਂ ਆਪਾਂ ਬੈਠ ਕੇ ਵਿਚਾਰ ਵਟਾਂਦਰਾ ਕਰ ਲਈਏ। ਗਲਤ ਕੌਣ ਹੈ, ਠੀਕ ਕੌਣ ਹੈ ਬਾਰੇ ਖੁੱਲ੍ਹ ਕੇ ਆਪੋ ਆਪਣੇ ਪੱਖ ਪੇਸ਼ ਕਰੀਏ। ਫਿਰ ਜੋ ਨਤੀਜਾ ਨਿਕਲੇਗਾ ਉਸ ਮੁਤਾਬਕ ਆਪਾਂ ਕੰਮ ਕਰ ਲਵਾਂਗੇ। ਪਿਆਰਿਓ, ਖਰੀ ਗੱਲ ਇਹ ਹੈ ਕਿ ਤੁਸੀਂ ਸਾਧਵਾਦੀ ਲੋਕ ਮੇਰੀ ਕਥਾ ਨੂੰ ਬਰਦਾਸ਼ਤ ਨਹੀਂ ਕਰ ਸਕੋਗੇ। ਬਸ ਮੇਰੀ ਇੱਕੋ ਗੱਲ ਦਾ ਜਵਾਬ ਦਿਓ। ਅਗਰ ਮੇਰੀ ਤਸੱਲੀ ਹੋ ਗਈ ਮੈਂ ਤੁਹਾਡੇ ਨਾਲ ਚੱਲ ਪਵਾਂਗਾ। ਉਹਨਾਂ ਪੁੱਛਿਆ, ਦੱਸੋ ਕੀ ਸਵਾਲ ਹੈ? ਮੈਂ ਕਿਹਾ, ਭਾਈ ਰਣਜੀਤ ਸਿੰਘ ਨੇ ਹੁਕਮ ਦਿੱਤਾ ਹੈ ਕਿ ਉਸ ਗੁਰਦੁਆਰੇ ਵਿੱਚ ਪਾਠੀ, ਕਥਾਵਾਚਕ ਤੇ ਕੀਰਤਨੀਏ ਨਾ ਜਾਣ। ਸੋਚੋ, ਜਿੱਥੇ ਗੁਰੂ ਗ੍ਰੰਥ ਸਾਹਿਬ ਹੈ, ਸਭ ਤੋਂ ਪੁਰਾਣਾ ਇਹ ਗੁਰਦੁਆਰਾ ਹੈ ਰੌਸ ਸਟਰੀਟ। ਗੁਰੂ ਗ੍ਰੰਥ ਸਾਹਿਬ ਦੀ ਸੰਭਾਲ ਵਾਸਤੇ ਸਿੱਖ ਉੱਥੇ ਕਿਉਂ ਨਾ ਜਾਣ? ਗੁਰੂ ਨਾਨਕ ਹਿੰਦੂਆਂ, ਮੁਸਲਮਾਨਾਂ, ਜੋਗੀਆਂ, ਚੋਰਾਂ, ਠੱਗਾਂ ਨਾਲ ਵਿਚਾਰ ਚਰਚਾ ਕਰਨ ਵਾਸਤੇ ਜਾਂਦੇ ਰਹੇ। ਉਹ ਲੋਕ ਤਾਂ ਸਿੱਖ ਵੀ ਨਹੀਂ ਸਨ। ਨਾ ਉੱਥੇ ਗੁਰਦੁਆਰਾ ਸੀ, ਨਾ ਗੁਰੂ ਗ੍ਰੰਥ ਸਾਹਿਬ ਸੀ। ਜੋ ਸੰਗਤ ਇੱਥੇ ਆਉਂਦੀ ਹੈ ਉਹਨਾਂ ਨੂੰ ਅਸੀਂ ਕਥਾ, ਕੀਰਤਨ ਅਤੇ ਪਾਠ ਸੁਣਾਉਂਦੇ ਹਾਂ। ਗੁਰੂ ਗ੍ਰੰਥ ਸਾਹਿਬ ਨੂੰ ਸੁਣਨਾ ਇਕੱਲਾ ਛੱਡ ਕੇ ਅਸੀਂ ਚਲੇ ਜਾਈਏ ਇੱਥੋਂ? ਉਹ ਮੇਰੀਆਂ ਗੱਲਾਂ ਦਾ ਕੋਈ ਵੀ ਜਵਾਬ ਨਾ ਦੇ ਸਕੇ। ਜਿਸ ਗੁਰਦੁਆਰੇ ਦੇ ਪ੍ਰਬੰਧਕਾਂ ਵਿਰੁੱਧ ਅਜਿਹੇ ਫਤਵੇ ਜਾਰੀ ਹੋ ਗਏ ਹੋਣ, ਉੱਥੇ ਕਥਾਵਾਚਕ ਤੇ ਕੀਰਤਨੀਆਂ ਡਰਦਾ ਕੋਈ ਨਾ ਜਾਵੇ। ਮੈਂ ਉਹਨਾਂ ਕੋਲ ਪਹੁੰਚਣ ਤੋਂ ਪਹਿਲਾਂ ਫੋਨ ਤੇ ਸਾਰੀ ਗੱਲਬਾਤ ਕਰ ਲਈ। ਮੈਂ ਆਪਣੀ ਮੁਸ਼ਕਲ ਸਮਝਾਈ ਕਿ ਮੈਂ ਆਉਣ ਨੂੰ ਤਾਂ ਤਿਆਰ ਹਾਂ। ਜੇ ਇੱਥੇ ਹੁਕਮਨਾਮੇ ਤੋਂ ਡਰਦਾ ਗੁਰਦੁਆਰੇ ਕੋਈ ਨਾ ਆਇਆ ਤਾਂ ਮੇਰੇ ਖਰਚੇ ਪੂਰੇ ਕਿੱਥੋਂ ਹੋਣਗੇ? ਉਹਨਾਂ ਨੇ ਸਲਾਹ ਕਰਕੇ ਮੈਨੂੰ ਤਨਖਾਹ ਦੇਣੀ ਸਵੀਕਾਰ ਕਰ ਲਈ, ਬਸ਼ਰਤੇ ਕਿ ਨਾਲ ਗ੍ਰੰਥੀ ਵਾਲੀ ਡਿਊਟੀ ਵੀ ਨਿਭਾਉਣੀ ਪਵੇਗੀ। ਮੈਂ ਉਹਨਾਂ ਤੋਂ ਸਾਰੇ ਐਗਰੀਮੈਂਟ ਲਿਖਤੀ ਰੂਪ ਵਿੱਚ ਪਟਿਆਲੇ ਮੰਗਵਾ ਲਏ। ਮੈਂ ਬੜੇ ਚਾਵਾਂ ਮਲਾਰਾਂ ਨਾਲ ਵੈਨਕੂਵਰ ਪਹੁੰਚ ਗਿਆ। ਸਵੇਰੇ ਸ਼ਾਮ ਕਥਾ ਵੀ ਕਰਦਾ ਅਤੇ ਗ੍ਰੰਥੀ ਦੀ ਡਿਊਟੀ ਵੀ ਨਿਭਾਉਂਦਾ। ਸਟੇਜ ਤੇ ਰੋਜ਼ਾਨਾ ਕੁਝ ਨਾ ਕੁਝ ਡਾਲਰ ਆ ਜਾਂਦੇ। ਵਿਆਹ, ਜਨਮ, ਮਰਨ ਅਤੇ ਹੋਰ ਪਾਠਾਂ ਦੇ ਭੋਗ ਵਕਤ ਪ੍ਰਬੰਧਕਾਂ ਵੱਲੋਂ ਫਿਕਸ ਕੀਤੇ ਰੇਟਾਂ ਮੁਤਾਬਕ ਮਾਇਆ ਆ ਰਹੀ ਸੀ। ਲੰਗਰ ਗੁਰਦੁਆਰੇ ਵਿੱਚੋਂ ਤੇ ਰਹਿਸ਼ ਵਿੱਚੇ ਹੀ ਸੀ। ਖਰਚਾ ਕਾਹਦਾ ਹੋਣਾ ਸੀ? 4 ਮਹੀਨਿਆਂ ਤੱਕ ਮੈਂ ਤਨਖਾਹ ਵੱਲ ਧਿਆਨ ਹੀ ਨਾ ਦਿੱਤਾ। 4 ਮਹੀਨਿਆਂ ਬਾਅਦ ਪ੍ਰਬੰਧਕਾਂ ਤੋਂ ਤਨਖਾਹ ਦੀ ਮੰਗ ਕੀਤੀ ਤਾਂ ਪ੍ਰਧਾਨ ਨੇ ਮੀਸਣਾ ਜਿਹਾ ਬਣ ਕੇ ਕਹਿ ਦਿੱਤਾ, ਥੋੜੀ ਤੰਗੀ ਚੱਲ ਰਹੀ ਹੈ, ਗੁਰਦੁਆਰੇ ਦੀ ਆਮਦਨ ਘੱਟ ਹੈ, ਕੋਈ ਗੱਲ ਨਹੀਂ, ਛੇਤੀ ਹੀ ਤਨਖਾਹ ਦੇ ਦਿਆਂਗੇ। ਇਹਨਾਂ ਲਾਰਿਆਂ ਵਿੱਚ 1 ਮਹੀਨਾ ਹੋਰ ਬੀਤ ਗਿਆ। ਫਿਰ ਮੈਂ ਜਰਾ ਕੁ ਸਖਤ ਹੋ ਕੇ ਤਨਖਾਹ ਮੰਗਣੀ ਸ਼ੁਰੂ ਕੀਤੀ। ਤਦੋਂ ਵੀ ਪ੍ਰਧਾਨ ਨੇ ਇਹੀ ਕਿਹਾ, ਗਿਆਨੀ ਜੀ, ਜਾਣ ਤੋਂ ਪਹਿਲਾਂ ਸਾਰਾ ਹਿਸਾਬ ਨਿਬੇੜ ਕੇ ਭੇਜਾਂਗੇ, ਕਾਲੇ ਨਹੀਂ ਪਈਦਾ। ਜਦੋਂ ਮੇਰੇ ਵਾਪਸ ਆਉਣ ਦੇ 10 ਕੁ ਦਿਨ ਬਾਕੀ ਰਹਿ ਗਏ ਤਾਂ ਮੈਂ ਪ੍ਰਧਾਨ ਦੇ ਦਫ਼ਤਰ ਵਿੱਚ ਜਾ ਕੇ ਤਨਖਾਹ ਬਾਰੇ ਗੱਲ ਕੀਤੀ। ਹੁਣ ਇਸ ਤਰ੍ਹਾਂ ਮੈਂ ਕੰਮ ਨਹੀਂ ਕਰ ਸਕਾਂਗਾ ਤੇ ਮੇਰੀ ਤਨਖਾਹ ਦਿਓ। ਪ੍ਰਧਾਨ ਨੇ ਤੁਰੰਤ ਹੁਕਮ ਸੁਣਾ ਦਿੱਤਾ, ਨਹੀਂ ਕੰਮ ਕਰਨਾ ਨਾ ਕਰ, ਬੈਗ ਚੁੱਕ ਤੇ ਘਰ ਨੂੰ ਜਾ। ਮਾਨੋ ਮੇਰੇ ਤਾਂ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ। ਨਿੰਮਾ ਝੂਣਾ ਜਿਹਾ ਹੋਇਆ। ਮੈਂ ਆਪਣੇ ਕਮਰੇ ਵਿੱਚ ਚਲਾ ਗਿਆ। ਫੋਨ ਕਰਕੇ ਆਪਣੇ 2 ਹਮਦਰਦ ਭਰਾਵਾਂ ਨੂੰ, ਜਿਹੜੇ ਕਿ ਮੈਨੂੰ ਚੰਗੀ ਤਰ੍ਹਾਂ ਜਾਣਦੇ ਸਨ, ਉਹਨਾਂ ਨੂੰ ਬੁਲਾ ਕੇ ਸਾਰੀ ਹੋਈ ਬੀਤੀ ਕਹਿ ਸੁਣਾਈ। ਉਹਨਾਂ ਪੁੱਛਿਆ, ਪ੍ਰਬੰਧਕਾਂ ਵੱਲੋਂ ਕੀਤੇ ਇਕਰਾਰ ਮੁਤਾਬਕ ਤੁਸੀਂ ਕੋਈ ਲਿਖਤ ਇਹਨਾਂ ਤੋਂ ਪ੍ਰਾਪਤ ਕੀਤੀ ਸੀ? ਮੈਂ ਕਿਹਾ, ਮੇਰੇ ਕੋਲ ਇਹਨਾਂ ਦੇ ਲਿਖਤੀ ਐਗਰੀਮੈਂਟ ਦੇ ਕਾਗਜ਼ ਮੌਜੂਦ ਹਨ। ਵੀਰ ਸੁਖਵਿੰਦਰ ਸਿੰਘ ਕਹਿਣ ਲੱਗਿਆ, ਇਸ ਪੇਪਰ ਦੀਆਂ 2-4 ਫੋਟੋ ਕਾਪੀਆਂ ਕਰਵਾ ਲਵੋ। ਇੱਕ ਕਾਪੀ ਪ੍ਰਧਾਨ ਦੇ ਮੇਜ਼ ਤੇ ਰੱਖ ਕੇ ਪੂਰੇ ਰੋਹਬ ਨਾਲ ਕਹਿ ਦੇਵੀਂ ਕਿ ਆਹ ਹੈ ਤੁਹਾਡੇ ਵੱਲੋਂ ਕੀਤਾ ਇਕਰਾਰਨਾਮਾ। ਬੰਦੇ ਦੇ ਪੁੱਤ ਬਣ ਕੇ
2 ਦਿਨਾਂ ਦੇ ਅੰਦਰ ਮੇਰੀ ਤਨਖਾਹ ਦੇ ਦਿਓ, ਵਰਨਾ ਤੀਜੇ ਦਿਨ ਮੈਂ ਪੁਲਿਸ ਨੂੰ ਕੇਸ ਦੇ ਦਿਆਂਗਾ। ਮੈਂ ਇਹੀ ਕੰਮ ਕੀਤਾ। ਜਦੋਂ ਮੈਂ ਪ੍ਰਧਾਨ ਅੱਗੇ ਲਿਖਤੀ ਪੇਪਰ ਰੱਖ ਕੇ ਪੁਲਿਸ ਵਾਲੀ ਗੱਲ ਕਹੀ ਤਾਂ ਇੱਕ ਵਾਰੀ ਤਾਂ ਉਸਨੇ ਫਿਰ ਮੈਨੂੰ ਦਬਕਾ ਮਾਰਿਆ, ਜਾ ਜਾ ਤੇਰੇ ਵਰਗੇ 3300 ਤੁਰੇ ਫਿਰਦੇ ਨੇ, ਆਇਆ ਵੱਡਾ ਰੋਹ ਪਾਉਣ ਵਾਲਾ। ਮੈਨੂੰ ਦਬਕਾ ਤਾਂ ਭਾਵੇਂ ਪ੍ਰਧਾਨ ਨੇ ਮਾਰ ਦਿੱਤਾ, ਪਰ ਲਿਖਤੀ ਐਗਰੀਮੈਂਟ ਵੇਖ ਕੇ ਘਬਰਾ ਗਿਆ। ਮੇਰੇ ਬਾਹਰ ਆਉਣ ਤੇ ਸਾਰੇ ਕਮੇਟੀ ਮੈਂਬਰਾਂ ਨੂੰ ਫੋਨ ਕਰਕੇ ਉਸਨੇ ਬੁਲਾ ਲਿਆ। ਕੁਝ ਇੱਕ ਨੇ ਮੈਨੂੰ ਪੁਚਕਾਰਨ ਦੀ ਨੀਤੀ ਅਪਣਾਈ ਤੇ ਕੁਝ ਨੇ ਧਮਕਾਉਣ ਦੀ। ਅਡੋਲ ਹੋ ਕੇ ਮੈਂ ਆਪਣੀ ਮੰਗ ਤੇ ਅੜਿਆ ਰਿਹਾ। ਉਹਨਾਂ ਅਖੀਰ ਮੈਨੂੰ ਭਰੋਸਾ ਦਿੱਤਾ ਕਿ ਕੱਲ੍ਹ ਨੂੰ ਸਾਰਾ ਬਕਾਇਆ ਦੇ ਦਿੱਤਾ ਜਾਵੇਗਾ। ਮੈਂ ਆਪਣੇ ਸਿੱਖ ਸਾਥੀਆਂ ਨੂੰ ਸਾਰੀ ਗੱਲ ਸੁਣਾ ਦਿੱਤੀ। ਉਹ ਕਹਿਣ ਲੱਗੇ ਕਿ ਤੁਹਾਡੇ ਵਾਪਸ ਮੁੜਨ ਵਿੱਚ ਸਿਰਫ 1 ਹਫ਼ਤਾ ਬਾਕੀ ਹੈ। ਕੱਲ੍ਹ ਨੂੰ ਹਰ ਹਾਲਤ ਵਿੱਚ ਤੁਹਾਡੀ ਤਨਖਾਹ ਦਾ ਹਿਸਾਬ ਨਿਬੜ ਜਾਣਾ ਚਾਹੀਦਾ ਹੈ। ਅਗਲੇ ਦਿਨ ਕੈਸ਼ੀਅਰ ਆ ਗਿਆ। ਪ੍ਰਧਾਨ ਅਤੇ ਕੈਸ਼ੀਅਰ ਨੇ ਮੇਰੀ ਤਨਖਾਹ ਦੇ ਬਣਦੇ ਡਾਲਰ ਦੇ 2 ਚੈੱਕ ਕੱਟ ਕੇ ਮੇਰੇ ਹਵਾਲੇ ਕਰ ਦਿੱਤੇ। ਮੈਂ ਕਮਰੇ ਵਿੱਚ ਜਾ ਕੇ ਆਪਣੇ ਸਾਥੀਆਂ ਨੂੰ ਦੁਬਾਰਾ ਫਿਰ ਖੁਸ਼ਖਬਰੀ ਸੁਣਾਈ। ਅਗਲੇ ਦਿਨ ਮੈਂ ਬੈਂਕ ਵਿੱਚੋਂ ਡਾਲਰ ਕਢਾਉਣ ਵਾਸਤੇ ਚਲਾ ਗਿਆ। ਚੈੱਕ ਵੇਖ ਕੇ ਪੜਤਾਲ ਕਰਕੇ ਬੈਂਕ ਕਲਰਕ ਕਹਿਣ ਲੱਗਿਆ ਕਿ ਗੁਰਦੁਆਰੇ ਦੇ ਖਾਤੇ ਵਿੱਚ ਕੋਈ ਡਾਲਰ, ਕੋਈ ਰਕਮ ਨਹੀਂ ਹੈ, ਤੁਸੀਂ ਪ੍ਰਬੰਧਕਾਂ ਨਾਲ ਗੱਲ ਕਰੋ। ਮੈਂ ਆਪਣਾ ਪਾਸਪੋਰਟ ਉਸ ਦੇ ਅੱਗੇ ਰੱਖ ਕੇ ਦੱਸਿਆ ਕਿ ਮੇਰਾ ਵਾਪਸ ਜਾਣ ਦਾ ਸਮਾਂ ਪੂਰਾ ਹੋ ਗਿਆ ਹੈ, ਮੈਂ ਤਾਂ ਮਾਰਿਆ ਗਿਆ, ਮੈਨੂੰ ਕੋਈ ਤਰੀਕਾ ਦੱਸੋ ਕਿ ਮੈਂ ਕੀ ਕਰਾਂ। ਉਹ ਕਹਿਣ ਲੱਗਿਆ ਕਿ ਇੱਕ ਬੰਦਾ ਇੱਥੇ ਆ ਕੇ ਜਾਮਨੀ ਪਾ ਦੇਵੇ ਕਿ ਜੇ ਗੁਰਦੁਆਰੇ ਵਾਲੇ ਡਾਲਰ ਜਮ੍ਹਾਂ ਨਾ ਕਰਵਾਉਣ ਤਾਂ ਇਹ ਅਦਾਇਗੀ ਮੈਂ ਕਰਾਂਗਾ। ਕੰਮ ਬਹੁਤ ਔਖਾ ਸੀ, ਫਿਰ ਵੀ ਵੀਰ ਸੁਖਵਿੰਦਰ ਸਿੰਘ ਨੇ ਦਲੇਰੀ ਵਿਖਾਉਂਦਿਆਂ ਇਹ ਜ਼ਿੰਮੇਵਾਰੀ ਆਪਣੇ ਸਿਰ ਚੁੱਕ ਲਈ। ਮੇਰੇ ਨਾਲ ਹਮਦਰਦੀ ਵਿਖਾਉਂਦਿਆਂ ਜਾਮਨੀ ਪੇਪਰ ਤੇ ਉਸਨੇ ਦਸਤਖਤ ਕਰ ਦਿੱਤੇ। ਤਾਂ ਕਿਤੇ ਮੈਨੂੰ ਮੇਰੀ ਬਕਾਇਆ ਪੌਣੇ 6 ਮਹੀਨਿਆਂ ਦੀ ਤਨਖਾਹ ਮਿਲੀ। ਰੱਬ ਦਾ ਲੱਖ ਲੱਖ ਸ਼ੁਕਰ ਕੀਤਾ ਕਿ ਬਚਾਓ ਹੋ ਗਿਆ। ਮਦਦਗਾਰ ਭਰਾਵਾਂ ਦਾ ਬਾਰ-ਬਾਰ ਸ਼ੁਕਰੀਆ ਕੀਤਾ। ਮੁੜ ਕੇ ਵੈਨਕੂਵਰ ਵੱਲ ਮੈਂ ਕਦੀ ਮੂੰਹ ਨਹੀਂ ਕੀਤਾ। ਉਹ ਗੱਲ ਹੋਈ, ਜਾਨ ਬਚੀ ਤੋਂ ਲੱਖੋਂ ਪਾਏ, ਲੌਟ ਕੇ ਬੁੱਧੂ ਘਰ ਕੋ ਆਏ। ਇਹ ਮੇਰੇ ਨਾਲ ਵਾਪਰ ਗਈ ਸੀ। ਇਸ ਤਰ੍ਹਾਂ ਦੇ ਪ੍ਰਬੰਧਕ ਵੀ ਕਈਆਂ ਥਾਵਾਂ ਤੇ ਧਾਰਮਿਕ ਅਸਥਾਨਾਂ ਦੇ ਹੈੱਡ ਬਣ ਕੇ, ਮੁਖੀ ਬਣ ਕੇ ਬੈਠੇ ਹੋਏ ਨੇ ਤੇ ਸਾਡੇ ਵਰਗੇ ਗਰੀਬਾਂ ਦਾ ਖੂਨ ਵੀ ਪੀਣ ਤੋਂ ਸ਼ਰਮ ਨਹੀਂ ਕਰਦੇ। ਤੁਸੀਂ ਜ਼ਰੂਰ ਬਚ ਕੇ ਰਹਿਣਾ ਹੈ, ਖਿਆਲ ਰੱਖਣਾ ਹੈ। ਇੱਥੇ ਕੋਈ ਧਰਮੀ ਬੰਦੇ ਨਹੀਂ ਬਹੁਤੇ ਬੈਠੇ। ਇੱਥੇ ਤਾਂ ਜੋਕਾਂ ਨੇ, ਇੱਥੇ ਤਾਂ ਬਘਿਆੜ ਨੇ, ਇੱਥੇ ਤਾਂ ਪਤਾ ਨਹੀਂ ਕਿਸ ਕਿਸਮ ਦੇ ਖੂਨ ਪੀਣੇ ਲੋਕ ਬੈਠੇ ਹੋਏ ਨੇ। ਆਖੋ ਸਤਨਾਮ।